वाहिगुरु जी का खालसा, वाहिगुरु जी की फतेह। जपो तहे को नामा, जपो तहे को नामा, अवर निराफल कामा, अवर निराफल कामा, जपो तहे को नामा, जपो तहे को नामा। पांडा तोए बैस तुम देवो, तो दूधे को जावो। पांडा तोए बैस तुम देवो, तो दूधे को जावो। दूध करम फुन सूरत समायण होए, निरास जमावो। दूध करम फुन सूरत समायण होए, निरास जमावो। अवर निराफल कामा, अवर निराफल कामा, जपो तहे को नामा, जपो तहे को नामा, अवर निराफल कामा, अवर निराफल कामा, जपो तहे को नामा, जपो तहे को नामा। ईमान ईटी हाथ करो, फुन नेत्रों नींद न आवे। ईमान ईटी हाथ करो, फुन नेत्रों नींद न आवे। रसना नाम जपो तब मती है, इन वेद अमृत पावो। रसना नाम जपो तब मती है, इन वेद अमृत पावो। अवर निराफल कामा, अवर निराफल कामा, जपो तहे को नामा, जपो तहे को नामा। मन संपट चित सत सरनावण, पावण पाति तृप्त करे। मन संपट चित सत सरनावण, पावण पाति तृप्त करे। पूजा प्राण सेवक जैसे वे, इन वेद साहिब रवत रहे। पूजा प्राण सेवक जैसे वे, इन वेद
निराफल कामा, अवर निराफल कामा, जपो तहे को नामा, जपो तहे को नामा, अवर निराफल कामा, अवर निराफल कामा, जपो तहे को नामा, जपो तहे को नामा। कह दे कहे कह जावे, तुम सारे अवर ना कोई। कह दे कहे कह जावे, तुम सारे अवर ना कोई। भगत हीण नानक जन जम पे, हो साला ही सच्चा सोई। भगत हीण नानक जन जम पे, हो साला ही सच्चा सोई। अवर निराफल कामा, अवर निराफल कामा, जपो तहे को नामा, जपो तहे को नामा, अवर निराफल कामा, अवर निराफल कामा, जपो तहे को नामा, जपो तहे को नामा, नामा, नामा। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। ਅੱਜ ਦਾ ਜਿਹੜਾ ਸ਼ਬਦ ਹੈ ਉਹ ਸੂਹੀ ਰਾਗ ਦਾ ਪਹਿਲਾ ਸ਼ਬਦ ਹੈ ਤੇ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਉਚਾਰਿਆ ਹੋਇਆ ਹੈ। ਇਹ ਸ਼ਬਦ ਪੰਨਾ ਨੰਬਰ 728 ਤੇ ਦਰਜ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗ ਗੁਰ ਪ੍ਰਸਾਦ। ਰਾਗ ਸੂਹੀ ਮਹਿਲਾ ਪਹਿਲਾ ਚੌਪਦੇ ਕਰ ਪਹਿਲਾ। ਪਾਂਡਾ ਤੋਏ ਬੈਸ ਤੂਪ ਦੇਵੋ ਤਉ ਦੂਧੇ ਕੋ ਜਾਵੋ। ਧੂਪ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਜਪੋ ਤਾ ਏਕੋ ਨਾਮਾ ਅਵਰ ਨਿਰਾਫਲ ਕਾਮਾ। ਰਹਾਉ ए मन ईटी हाथ करो फुन नेत्रो नींद न आवे। रसना नाम जपो तब मथिए इन बिद अमृत पावो। मन संपट जित सत्सर नावण पावन पाती तृप्त करे। पूजा प्राण सेवक जय सेवे इन बिद साहिब रवत रहे। कहंदे कहे कह जावे तुम सिर अवर ना कोई। भगत हीण नानक जन जंपे हौ सालाही सच्चा सोई। ਜਿਵੇਂ ਕਿ ਅਸੀਂ ਇੰਨੇ ਟਾਈਮ ਤੋਂ ਵਿਚਾਰ ਕਰਦੇ ਆ ਰਿਹਾ ਡਿਸਕਸ ਕਰਦੇ ਆ ਰਿਹਾ ਕਿ ਜਿਹੜਾ ਰਹਾਉ ਹੁੰਦਾ ਹੈ ਉਹ ਸ਼ਬਦ ਦਾ ਸੈਂਟਰਲ ਆਈਡੀਆ ਜਾਂ ਕੇਂਦਰੀ ਭਾਵ ਹੁੰਦਾ ਹੈ ਤੇ ਪੂਰਾ ਸ਼ਬਦ ਰਹਾਉ ਦੇ ਇਰਦ ਗਿਰਦ ਹੀ ਘੁੰਮਦਾ ਹੈ। ਤੇ ਆਓ ਪਹਿਲੇ ਅਸੀਂ ਇਸ ਸ਼ਬਦ ਦੇ ਰਹਾਉ ਨੂੰ ਸਮਝੀਏ। ਜਪੋ ਤਾ ਏਕੋ ਨਾਮਾ ਅਵਰ ਨਿਰਾਫਲ ਕਾਮਾ। ਹੁਣ ਤੂੰ ਇੱਕ ਕੰਮ ਕਰ ਕਿ ਜਪੋ ਤਾ ਏਕੋ ਨਾਮਾ, ਤੂੰ ਉਹ ਨਾਮ ਜਪ
ਤੇ ਬਾਕੀ ਜਿੰਨੇ ਵੀ ਕੰਮ ਨੇ ਉਹ ਕੀ ਹੈ ਅਵਰ ਨਿਰਾਫਲ। ਨਿਰਾਫਲ ਦਾ ਭਾਵ ਹੈ ਨਿਰ ਪਲਸ ਆਫਲ, ਜਿਨ੍ਹਾਂ ਦਾ ਕੁਝ ਫਲ ਨਹੀਂ ਹੈ, ਭਾਵ ਯੂਜ਼ਲੈਸ ਕੰਮ। ਤੇ ਤੇ ਇਹਦਾ ਕੀ ਮਤਲਬ ਹੋਇਆ ਕਿ ਮੈਂ ਸਿਰਫ ਨਾਮ ਜਪਣਾ ਹੈ ਤੇ ਬਾਕੀ ਜਿੰਨੇ ਵੀ ਕੰਮ ਨੇ ਉਹ ਨਿਰਾਫਲ ਨੇ, ਉਹ ਯੂਜ਼ਲੈਸ ਨੇ। ਤੇ ਕੀ ਮੈਂ ਪੜ੍ਹਾਈ ਨਹੀਂ ਕਰਨੀ, ਕਿ ਮੈਂ ਕਾਲਜ ਨਹੀਂ ਜਾਣਾ, ਕਿ ਮੈਂ ਸਕੂਲ ਨਹੀਂ ਜਾਣਾ, ਕਿ ਮੈਂ ਆਫਿਸ ਨਹੀਂ ਜਾਣਾ, ਇਹ ਸਭ ਕੰਮ ਮੈਂ ਨਹੀਂ ਕਰਨੇ। ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਮੇਰੇ ਅੰਦਰ, ਤੁਹਾਡੇ ਅੰਦਰ, ਸਾਰਿਆਂ ਦੇ ਅੰਦਰ ਰੱਬ ਵਸਦਾ ਹੈ। ਕਟ ਕਟ ਮੈਂ ਹਰ ਜੀਵ ਵਸੇ, ਭਾਵ ਜਿੰਨੇ ਵੀ ਕੰਮ ਨੇ ਮੈਂ ਸਾਰੇ ਆਪ ਕਰਨੇ ਨੇ। ਤੇ ਇਸ ਦਾ ਕੀ ਮਤਲਬ ਨਿਕਲਿਆ ਕਿ ਜੋ ਵੀ ਅਸੀਂ ਰਹਾਵ ਦਾ ਬੰਧ ਹੁਣ ਤੱਕ ਸਮਝਿਆ ਹੈ ਉਹ ਸਿਰਫ ਇਹਦੇ ਸ਼ਬਦੀ ਅਰਥ ਨੇ, ਭਾਵ ਅਸੀਂ ਹੁਣ ਤੱਕ ਸਿਰਫ ਸ਼ਬਦਾਂ ਤੱਕ ਹੀ ਸੀਮਿਤ ਰਹੇ। ਤੇ ਇਸ ਦਾ ਪਾਵਰ ਸਮਝਣ ਲਈ ਸਾਨੂੰ ਦੋ ਚੀਜ਼ਾਂ ਸਮਝਣੀਆਂ ਪੈਣਗੀਆਂ। ਪਹਿਲੀ ਚੀਜ਼ ਕਿ ਏਕੋ ਨਾਮ ਕੀ ਹੈ, ਤੇ ਦੂਜੀ ਚੀਜ਼ ਕਿ ਅਵਰ ਨਿਰਾਫਲ ਕੰਮ ਜਿਹੜੇ ਕਹੇ ਗਏ ਨੇ ਉਹ ਕਿਹੜੇ ਕਿਹੜੇ ਕੰਮ ਨੇ। ਤੇ ਜਿਵੇਂ ਅਸੀਂ ਡਿਸਕਸ ਕੀਤਾ ਹੋਇਆ ਹੈ, ਗੁਰ ਕੀ ਬਾਣੀ ਗੁਰ ਤੇ ਜਾਤੀ, ਭਾਵ ਜੇ ਸਾਨੂੰ ਗੁਰੂ ਦੀ ਬਾਣੀ ਦੇ ਵਿੱਚ ਕੋਈ ਡਾਊਟ ਹੋਏਗਾ, ਸਾਨੂੰ ਕੋਈ ਕੁਐਸਚਨ ਆਣਗੇ ਤੇ ਉਸ ਦਾ ਆਨਸਰ ਅਸੀਂ ਗੁਰੂ ਸਾਹਿਬ ਤੋਂ ਹੀ ਲੱਭਣਾ ਹੈ। ਤੇ ਸਵਾਲ ਹੈ ਏਕੋ ਨਾਮ ਕੀ ਹੈ। ਹੁਣ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ। ਤੇ ਭਾਵ ਏਕੋ ਨਾਮ ਕੀ ਹੈ, ਹੁਕਮ। ਤੇ ਇਸ ਦੇ ਅਗਲੇ ਸ਼ਬਦ ਵਿੱਚ ਹੀ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਐਸਾ ਗਿਆਨ ਜਪੋ ਮਨ ਮੇਰੇ। ਤੇ ਇਸ ਦਾ ਕੀ ਮਤਲਬ ਨਿਕਲਿਆ ਕਿ ਉਸ ਹੁਕਮ ਵਿੱਚ ਰਹਿ ਕੇ ਜਦ ਮੈਂ ਰੱਬ ਜੀ ਦੇ ਗਿਆਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰ ਲਿਆ, ਭਾਵ ਮੈਂ ਏਕੋ ਨਾਮ ਜਪ ਰਿਹਾ ਹਾਂ। ਤੇ ਇਸ ਏਕੋ ਨਾਮ ਜਪਣ ਦੇ ਇਲਾਵਾ ਜਿੰਨੇ ਵੀ ਕੰਮ ਨੇ, ਜਿੰਨੇ ਵੀ ਕਾਮ ਨੇ, ਉਹ ਸਾਰੇ ਨਿਰਾਫਲ ਨੇ, ਭਾਵ ਯੂਜ਼ਲੈਸ ਨੇ। ਹੁਣ ਅਸੀਂ ਐਸੀ ਚੀਜ਼ ਨੂੰ ਐਗਜ਼ਾਮਪਲਸ ਨਾਲ ਸਮਝਦੇ ਹਾਂ। ਤੇ ਏਕੋ ਨਾਮ ਦੀ ਐਗਜ਼ਾਮਪਲਸ ਕੀ ਹੋ ਸਕਦੀਆਂ ਨੇ? ਜਿਵੇਂ ਕਿ ਮੈਂ ਰੋਡ ਤੇ ਗੱਡੀ ਡਰਾਈਵ ਕਰ ਰਿਹਾ ਹਾਂ ਤੇ ਮੈਂ ਜਿਹੜਾ ਮੈਨੂੰ ਲਾਜ਼ ਦਿੱਤੇ ਗਏ ਨੇ ਕਿ ਇਹ ਸਪੀਡ ਲਿਮਿਟ ਹੈ, ਇਸ ਦੇ ਵਿੱਚ ਹੀ ਰਹਿ ਕੇ ਮੈਂ ਗੱਡੀ ਡਰਾਈਵ ਕਰਨੀ ਹੈ, ਮੈਂ ਓਵਰਟੇਕ ਜਾਂ ਡੈਸ਼ ਡਰਾਈਵਿੰਗ, ਰੈਸ਼ ਡਰਾਈਵਿੰਗ ਨਹੀਂ ਕਰਨੀ, ਭਾਵ ਮੈਂ ਅਵਰ ਨਿਰਾਫਲ, ਭਾਵ ਮੈਂ ਏਕੋ ਨਾਮ ਜਪ ਰਿਹਾ ਹਾਂ। ਦੂਜੀ ਐਗਜ਼ਾਮਪਲ ਲੈ ਲਓ, ਜਦ ਮੈਂ ਲੜਾਈ ਕਰਨੀ ਛੱਡਤੀ, ਜਦ ਮੈਂ ਕਿਸੇ ਨੂੰ ਡਿਸਕ੍ਰਿਮੀਨੇਟ ਕਰਨਾ ਛੱਡਤਾ, ਕਿਉਂਕਿ ਮੈਨੂੰ ਸਮਝ ਆ ਗਿਆ ਅਵਰ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ, ਕੌਂ ਪਲੇ ਕੌਂ ਮੰਦੇ। ਤੇ ਜਦ ਮੈਂ ਡਿਸਕ੍ਰਿਮੀਨੇਸ਼ਨ ਕਰਨੀ ਛੱਡਤੀ, ਕਿਸ ਨੂੰ ਬੁਰਾ ਭਲਾ ਬੋਲਣਾ ਛੱਡਤਾ, ਭਾਵ ਮੈਂ ਏਕੋ ਨਾਮ ਜਪਣਾ ਸ਼ੁਰੂ ਕਰਤਾ। ਤੇ ਫਿਰ ਤੀਜੀ ਐਗਜ਼ਾਮਪਲ ਲੈ ਲਓ, ਜੇ ਮੈਂ ਕਿਸ ਨੂੰ ਚੀਟ ਕਰਦਾ ਹਾਂ, ਫॉर ਐਗਜ਼ਾਮਪਲ ਇੱਕ ਪ੍ਰੋਡਕਟ ਹੈ, ਉਹ 100 ਰੁਪੀਜ਼ ਦਾ ਉਹਦਾ ਪ੍ਰਾਈਸ ਹੈ, ਬਟ ਮੈਂ ਉਹਨੂੰ 200 ਵਿੱਚ ਸੈਲ ਕਰਦਾ, ਆਪਣਾ ਮਾਰਜਨ ਬਣਾ ਰਿਹਾ ਹਾਂ, ਉਹਨੂੰ ਚੀਟ ਕਰ ਰਿਹਾ ਹਾਂ, ਜਿਹੜਾ ਕਸਟਮਰ ਹੈ ਉਹਨੂੰ ਚੀਟ ਕਰ ਰਿਹਾ ਹਾਂ। ਤੇ ਜਦ ਮੈਂ ਇਹ ਚੀਟਿੰਗ ਕਰਨੀ ਛੱਡ ਦਿੱਤੀ, ਜਦ ਮੈਂ ਓਨੈਸਟੀ ਨਾਲ ਆਪਣਾ ਕੰਮ ਕਰਦਾ ਹਾਂ, ਭਾਵ ਮੈਂ ਏਕੋ ਨਾਮ ਜਪ ਰਿਹਾ ਹਾਂ। ਤੇ ਜਦ ਮੈਨੂੰ ਸਮਝ ਆ ਗਿਆ ਕਿ ਏਕੋ ਨਾਮ ਕੀ ਹੈ, ਫਿਰ ਅਵਰ ਨਿਰਾਫਲ ਕੀ ਕੰਮ ਹੋਣਗੇ। ਜੇ ਮੈਨੂੰ ਲੱਗਦਾ ਹੈ ਕਿ ਮੈਂ ਤੀਰਥਾਂ ਤੇ ਜਾ ਕੇ ਰੱਬੀ ਗੁਣ ਹਾਸਿਲ ਕਰ ਲਾਂਗਾ, ਰੱਬ ਜੀ ਨਾਲ ਮਿਲਾਪ ਕਰ ਲਾਂਗਾ, ਇਹ ਹੈ ਨਿਰਾਫਲ ਕਰਮ। ਤੇ ਜੇ ਮੈਨੂੰ ਲੱਗਦਾ ਹੈ ਕਿ ਇਸ ਦਿਨ ਇਹ ਚੀਜ਼ ਕਰਕੇ, ਜਾਂ ਇਸ ਦਿਨ ਇਹ ਚੀਜ਼ ਖਾ ਕੇ, ਜਾਂ ਇਸ ਦਿਨ ਇਸ ਜਗ੍ਹਾ ਜਾ ਕੇ ਮੈਨੂੰ ਰੱਬ ਜੀ ਦਾ ਆਨੰਦ ਮਿਲ ਜਾਏਗਾ, ਮੇਰਾ ਰੱਬੀ ਮਿਲਾਪ ਹੋ ਜਾਏਗਾ, ਜਾਂ ਮੈਂ ਰੱਬ ਜੀ ਨੂੰ ਖੁਸ਼ ਕਰ ਲਾਂਗਾ, ਇਹ ਹੈ ਨਿਰਾਫਲ ਕਰਮ। ਭਾਵ ਜਿੰਨੇ ਵੀ ਸੁਪਰਸਟੀਸ਼ਨਸ ਨੇ, ਜਿੰਨੇ ਵੀ ਕਰਮ ਕਾਂਡ ਅਸੀਂ ਕਰਦੇ ਹਾਂ, ਉਹ ਸਭ ਹੈ ਨਿਰਾਫਲ ਕਰਮ। ਤੇ ਅਸੀਂ ਰਹਾਵ ਤੋਂ ਕੀ ਸਿੱਖਿਆ? ਜਪੋ ਤਾਂ ਏਕੋ ਨਾਮ, ਭਾਵ ਅਸੀਂ ਉਸ ਏਕ ਨਾਮ, ਉਸ ਹੁਕਮ ਨੂੰ, ਉਸ ਗਿਆਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਨਾ ਹੈ, ਉਸ ਹੁਕਮ ਵਿੱਚ ਰਾਜ਼ੀ ਰਹਿਣਾ ਹੈ। ਤੇ ਇਸ ਦੇ ਇਲਾਵਾ ਜਿੰਨੇ ਵੀ ਸੁਪਰਸਟੀਸ਼ਨ ਜਾਂ ਕਰਮ ਕਾਂਡ ਨੇ, ਉਹ ਸਭ ਨਿਰਾਫਲ ਨੇ, ਉਹ ਸਭ ਕਰਮ ਕਾਂਡ ਯੂਜ਼ਲੈਸ ਨੇ। ਤੇ ਇਸ ਸ਼ਬਦ ਵਿੱਚ ਗੁਰੂ ਸਾਹਿਬ ਸਾਨੂੰ ਕੁਝ ਉਦਾਹਰਨਾਂ ਦੇ ਕੇ ਸਮਝਾਉਂਦੇ ਨੇ। ਪਹਿਲੀ ਉਦਾਹਰਨ ਹੈ, ਪਾਂਡਾ ਤੋਏ ਬੈ ਸਤੂਪ ਦੇਵੋ ਤਉ ਦੂਧੇ ਕੋ ਜਾਓ। ਗੁਰੂ ਸਾਹਿਬ ਕਹਿੰਦੇ ਨੇ ਕਿ ਤੂੰ ਪਹਿਲੇ ਪਾਂਡਾ ਸਾਫ਼ ਕਰ, ਫਿਰ ਉਹਨੂੰ ਧੂਪ ਲਗਾ, ਤੇ ਫਿਰ ਉਹਦੇ ਵਿੱਚ ਦੁੱਧ ਪਾ। ਤੇ ਪਾਂਡਾ ਸਾਫ਼ ਕਿਉਂ ਕਰਨਾ ਹੈ? ਜੇ ਪਾਂਡਾ ਗੰਦਾ ਹੋਏਗਾ ਤੇ ਮੈਂ ਉਹਦੇ ਵਿੱਚ ਦੁੱਧ ਪਾਤਾ
ਤੇ ਉਹ ਜਿਹੜਾ ਦੁੱਧ ਹੈ ਉਹ ਵੀ ਖਰਾਬ ਹੋ ਜਾਏਗਾ। ਤੇ ਮੈਂ ਫਰਸਟ ਸਟੈਪ ਇਜ਼ ਕਿ ਮੈਂ ਪਾਂਡਾ ਸਾਫ਼ ਕਰਨਾ ਹੈ। ਤੇ ਇੱਥੇ ਕਿਹੜੇ ਪਾਂਡੇ ਦੀ ਗੱਲ ਹੋ ਰਹੀ ਹੈ, ਕਿਹੜੀ ਧੂਪ ਲਗਾਉਣ ਦੀ ਗੱਲ ਹੋ ਰਹੀ ਹੈ, ਕਿਹੜੇ ਦੁੱਧ ਦੀ ਗੱਲ ਹੋ ਰਹੀ ਹੈ? ਹੁਣ ਨਾਨਕ ਅੰਮ੍ਰਿਤ ਮੰਨੇ ਮਾਹੇ, ਜਦ ਉਹ ਅੰਮ੍ਰਿਤ ਮੇਰੇ ਮਨ ਦੇ ਵਿੱਚ ਹੈ, ਭਾਵ ਇੱਥੇ ਜਿਹੜੇ ਪਾਂਡੇ ਦੀ ਗੱਲ ਹੋ ਰਹੀ ਹੈ ਉਹ ਮੇਰਾ ਹਿਰਦੇ ਰੂਪੀ ਪਾਂਡਾ ਹੈ। ਤਾਂ ਮੈਂ ਆਪਣੇ ਹਿਰਦੇ ਰੂਪੀ ਪਾਂਡੇ ਨੂੰ ਸਾਫ਼ ਕਰਨਾ ਹੈ। ਹੁਣ ਹਿਰਦੇ ਰੂਪੀ ਪਾਂਡੇ ਨੂੰ ਸਾਫ਼ ਕਿਸ ਤਰ੍ਹਾਂ ਕਰਾਂ? ਪਾਂਡਾ ਹੱਛਾ ਸੋਈ ਜੋਤਿਸ ਪਾਵ ਸੀ। ਪਾਂਡਾ ਹੱਛਾ ਸੋਈ ਜੋਤਿਸ ਪਾਵ ਸੀ, ਭਾਵ ਉਹੀ ਪਾਂਡਾ ਅੱਛਾ ਹੈ ਜੋ ਉਸ ਰੱਬ ਜੀ ਨੂੰ ਅੱਛਾ ਲੱਗਦਾ ਹੈ। ਤੇ ਉਸ ਰੱਬ ਜੀ ਨੂੰ ਕਿਹੜਾ ਪਾਂਡਾ ਅੱਛਾ ਲੱਗੇਗਾ? ਉਹੀ ਪਾਂਡਾ ਅੱਛਾ ਲੱਗੇਗਾ ਜਿਹੜਾ ਉਸ ਏਕੋ ਨਾਮ ਦਾ ਜਾਪ ਕਰਕੇ, ਉਸ ਹੁਕਮ ਦੇ ਵਿੱਚ ਰਹਿ ਕੇ, ਉਸ ਗਿਆਨ ਨੂੰ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਕੇ ਸਾਫ਼ ਹੋਇਆ ਹੈ। ਤੇ ਫਿਰ ਸੈਕੰਡ ਸਟੈਪ ਇਜ਼ ਧੂਪ ਲਗਾਣੀ। ਧੂਪ ਲਗਾਉਣ ਦਾ ਭਾਵ ਹੈ ਜਿਹੜੀ ਸਮੈਲ ਹੈ ਪਾਂਡੇ ਵਿੱਚੋਂ ਸਮੈਲ ਕੱਢਣੀ ਜਾਂ ਫਿਰ ਉਸ ਪਾਂਡੇ ਨੂੰ ਫ੍ਰੈਗਰੈਂਸ ਦੇਣੀ। ਤੇ ਅਸੀਂ ਆਪਣੇ ਹਿਰਦੇ ਰੂਪੀ ਪਾਂਡੇ ਨੂੰ ਕਿਹੜੀ ਫ੍ਰੈਗਰੈਂਸ ਦੇਣੀ ਹੈ? ਲੇਕਿਨ ਪਹਿਲਾ ਸਵਾਲ ਹੈ ਕਿ ਹਿਰਦੇ ਰੂਪੀ ਪਾਂਡੇ ਦੇ ਵਿੱਚ ਕਿਹੜੀ ਕਿਹੜੀ ਬਦਬੂਆਂ ਨੇ? ਤੇ ਇੱਥੇ ਜਿਸ ਬਦਬੂ ਦੀ ਗੱਲ ਹੋ ਰਹੀ ਹੈ ਉਹ ਹੈ ਡੁਐਲਿਟੀ ਦੀ ਬਦਬੂ, ਹਿਪੋਕ੍ਰੇਸੀ ਦੀ ਬਦਬੂ, ਜਿਨੇ ਸਾਡੇ ਹਿਰਦੇ ਰੂਪੀ ਪਾਂਡੇ ਨੂੰ ਸਮੈਲੀ ਕੀਤਾ ਹੋਇਆ ਹੈ। ਤੇ ਪਹਿਲੇ ਮੈਂ ਇਹ ਬਦਬੂ ਹਟਾਣੀ ਹੈ, ਇਸ ਨੂੰ ਧੂਪ ਲਗਾਣੀ ਹੈ। ਤੇ ਅਸੀਂ ਆਪਣੇ ਹਿਰਦੇ ਰੂਪੀ ਪਾਂਡੇ ਨੂੰ ਧੂਪ ਕਿਸ ਤਰ੍ਹਾਂ ਲਗਾਵਾਂਗੇ? ਜਦ ਮੈਂ ਇਹ ਡੁਐਲਿਟੀ, ਮੇਰਾ ਨੇਚਰ ਇੱਕ ਹੋ ਗਿਆ, ਇਹ ਡੁਐਲਿਟੀ, ਇਹ ਹਿਪੋਕ੍ਰੇਸੀ ਨੂੰ ਮੈਂ ਛੱਡਤਾ ਤੇ ਮੈਂ ਆਪਣੇ ਪਾਂਡੇ ਨੂੰ ਧੂਪ ਲਗਾ ਦਿੱਤੀ। ਤੇ ਇਹ ਡੁਐਲਿਟੀ ਨੂੰ ਅਸੀਂ ਖਤਮ ਕਿਸ ਤਰ੍ਹਾਂ ਕਰਾਂਗੇ? ਹੁਣ ਸਮਝੋ ਕਿ ਮੈਂ ਸਕੂਲ ਜਾਂਦਾ ਹਾਂ ਤੇ ਸਕੂਲ ਦੇ ਵਿੱਚ ਟੀਚਰ ਦੇ ਸਾਹਮਣੇ ਮੈਂ ਕੁਝ ਹੋਰ, ਮੇਰਾ ਨੇਚਰ ਕੁਝ ਹੋਰ, ਤੇ ਟੀਚਰ ਦੇ ਪਿੱਛੇ ਮੇਰਾ ਨੇਚਰ ਕੁਝ ਹੋਰ ਹੈ। ਜਾਂ ਫਿਰ ਮੈਂ ਆਪਣੇ ਮੰਮਾ ਪਾਪਾ ਦੇ ਸਾਹਮਣੇ ਕੁਝ ਹੋਰ, ਉਹਨਾਂ ਦੇ ਪਿੱਛੇ ਕੁਝ ਹੋਰ ਆ। ਤੇ ਇਹ ਜਿਹੜਾ ਨੇਚਰ ਦਾ ਡਿਫਰੈਂਸ ਹੈ, ਜਦ ਇਹ ਡਿਫਰੈਂਸ ਖਤਮ ਹੋ ਗਿਆ, ਭਾਵ ਮੇਰੀ ਡੁਐਲਿਟੀ ਖਤਮ ਹੋ ਗਈ, ਭਾਵ ਮੈਂ ਆਪਣੇ ਪਾਂਡੇ ਨੂੰ, ਮੈਂ ਆਪਣੇ ਹਿਰਦੇ ਰੂਪੀ ਪਾਂਡੇ ਨੂੰ ਧੂਪ ਲਗਾ ਦਿੱਤੀ। ਤੇ ਫਿਰ ਗੁਰੂ ਸਾਹਿਬ ਕਹਿੰਦੇ ਨੇ ਕਿ ਤਉ ਦੁੱਧ ਹੈ ਕੋ ਜਾਓ, ਭਾਵ ਫਿਰ ਤੂੰ ਦੁੱਧ ਲੈਣ ਜਾ। ਤੇ ਇਹਦੇ ਵਿੱਚ ਕਿਹੜੇ ਦੁੱਧ ਦੀ ਗੱਲ ਹੋ ਰਹੀ ਹੈ? दूध करम। अगली लाइन ਵਿੱਚ ਗੁਰੂ ਸਾਹਿਬ ਸਪਸ਼ਟ ਕਰਦੇ ਨੇ दूध करम फिन सुरत समाए, ਕਿ ਜਿਹੜੇ ਤੇਰੇ ਕਰਮ ਨੇ ਉਹੀ ਤੇਰਾ दूध ਹੈ। ਤੇ ਜੇ ਮੇਰੇ ਕੈਰੈਕਟਰ ਅੱਛਾ ਹੋਏਗਾ, ਜੇ ਮੇਰਾ ਕੈਰੈਕਟਰ ਅੱਛਾ ਹੋਏਗਾ, ਮੈਂ ਚੰਗੀ ਇੰਟੈਂਸ਼ਨਸ ਨਾਲ, ਪਿਓਰ ਹਾਰਟ ਦੇ ਨਾਲ ਰਵਾਂਗਾ, ਤੇ ਫਿਰ ਜਿਹੜੀ ਫਿਰ ਗੁਰੂ ਸਾਹਿਬ ਕਹਿੰਦੇ ਨੇ ਸੁਰਤ ਸਮਾਇਣ, ਫਿਰ ਜਿਹੜੀ ਮੇਰੀ ਸੁਰਤ ਹੈ, ਜਿਹੜਾ ਮੇਰਾ ਮਨ ਹੈ, ਉਹ ਸੱਚ ਵਿੱਚ ਸਮਾ ਜਾਏਗਾ। ਭਾਵ ਇਸ ਦੇ ਬਾਅਦ ਲਾਈਫ ਦੇ ਵਿੱਚ ਮੈਂ ਜਿੰਨੇ ਵੀ ਡਿਸੀਜਨਸ ਲਵਾਂਗਾ, ਜੋ ਵੀ ਕੰਮ ਕਰਾਂਗਾ, ਉਹ ਚੰਗੀ ਇੰਟੈਂਸ਼ਨ ਨਾਲ ਹੀ ਕਰਾਂਗਾ, ਸੈਲਫਿਸ਼ ਹੋ ਕੇ ਨਹੀਂ, ਕਿਸੇ ਦਾ ਭਲਾ ਸੋਚ ਕੇ ਕਰਾਂਗਾ, ਚੰਗੀ ਸੋਚ ਨਾਲ ਕਰਾਂਗਾ, ਵਿਦ ਅ ਕਲੀਅਰ ਇੰਟੈਂਟ ਮੈਂ ਉਹ ਕਰਮ ਕਰਾਂਗਾ। ਤੇ ਆਪਣੇ ਲਾਲਚ, ਆਪਣੀ ਈਗੋ ਨੂੰ ਸਾਈਡ ਰੱਖ ਕੇ ਉਹ ਕਰਮ ਕਰਾਂਗਾ। ਤੇ ਫਿਰ ਜਿਹੜਾ ਹੈ ਮੈਨੂੰ ਉਸ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਏਗੀ, ਜੋ ਅੰਮ੍ਰਿਤ ਮੇਰੇ ਅੰਦਰ ਹੀ ਸੀ। दूध करम फुन सुरत समायन हो निराश जमावो। ਤੇ ਇਸ ਬੰਦ ਵਿੱਚ ਅਸੀਂ ਕੀ ਸਿੱਖਿਆ? ਕਿ ਮੈਂ ਆਪਣੇ ਹਿਰਦੇ ਰੂਪੀ ਪਾਂਡੇ ਨੂੰ ਏਕੋ ਨਾਮ ਜਪ ਕੇ ਸਾਫ਼ ਕਰਨਾ ਹੈ। ਫਿਰ ਉਸ ਏਕੋ ਨਾਮ, ਫਿਰ ਜਦ ਮੇਰਾ ਪਾਂਡਾ ਸਾਫ਼ ਹੋ ਗਿਆ, ਫਿਰ ਡੁਐਲਿਟੀ ਖਤਮ ਕਰਕੇ ਮੈਂ ਉਸ ਪਾਂਡੇ ਨੂੰ ਧੂਪ ਲਗਾਣੀ ਹੈ। ਤੇ ਫਿਰ ਮੈਂ ਆਪਣੇ ਕਰਮ ਨੂੰ, ਜਿਹੜੇ ਮੇਰੇ ਕਰਮ ਹੈ ਉਹ ਮੇਰਾ ਦੁੱਧ ਹੈ, ਤੇ ਆਪਣੇ ਕਰਮ ਰੂਪੀ ਦੁੱਧ ਨੂੰ ਮੈਂ ਫਿਰ ਕਿਸ ਦੀ ਜਾਗ ਲਗਾਣੀ ਹੈ, ਕਿਸ ਦਾ ਖੱਟਾ ਲਗਾਣਾ ਹੈ? ਉਹ ਹੈ ਚੰਗੀ ਸੋਚ ਦਾ। ਤੇ ਜਦ ਮੈਂ ਆਪਣੇ ਕਰਮਾਂ ਨੂੰ ਉਸ ਚੰਗੀ ਸੋਚ ਦਾ ਖੱਟਾ ਲਗਾ ਦਿੱਤਾ, ਉਸ ਚੰਗੀ ਸੋਚ ਦੀ ਜਾਗ ਲਗਾ ਦਿੱਤੀ, ਤੇ ਫਿਰ ਕੀ ਹੈ, ਮੈਨੂੰ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਏਗੀ, ਜੋ ਅੰਮ੍ਰਿਤ ਪਹਿਲੇ ਤੋਂ ਹੀ ਮੇਰੇ ਅੰਦਰ ਸੀ। ਨਾਨਕ ਅੰਮ੍ਰਿਤ ਮੰਨੇ ਮਾਹੇ। ਤੇ ਫਿਰ ਗੁਰੂ ਸਾਹਿਬ ਦੂਜੀ ਐਗਜ਼ਾਮਪਲ ਦਿੰਦੇ ਨੇ, ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ। ਹੁਣ ਇੱਥੇ ਕੁਝ ਚੀਜ਼ਾਂ ਸਮਝਣੀਆਂ ਵਾਲੀਆਂ ਹਨ ਕਿ ਝਾਟੀ ਕੀ ਹੁੰਦੀ ਹੈ, ਨੇਤਰਾ ਕੀ ਹੁੰਦਾ ਹੈ, ਈਟੀ ਕੀ ਹੁੰਦੀ ਹੈ, ਤੇ ਮਦਾਨੀ ਕੀ ਹੁੰਦੀ ਹੈ। ਝਾਟੀ ਇੱਕ ਉਹ ਪਾਂਡਾ ਹੈ ਜਿਹਦਾ ਮੂੰਹ ਵੱਡਾ ਹੁੰਦਾ ਹੈ। ਕਿਉਂ? ਕਿਉਂਕਿ ਉਹਦੇ ਵਿੱਚ ਅਸੀਂ ਪਾਣੀ ਹੁੰਦੀ ਹੈ ਮਦਾਨੀ। ਮਦਾਨੀ ਮੱਖਣ ਨੂੰ ਰਿੜਕਣ ਦੇ ਕੰਮ ਆਉਂਦੀ ਹੈ, ਤੇ ਉਸ ਮਦਾਨੀ ਦੇ ਉੱਪਰ ਲਪੇਟਿਆ ਹੁੰਦਾ ਇੱਕ ਨੇਤਰਾ। ਨੇਤਰਾ ਇੱਕ ਉਹ ਰੱਸੀ ਹੈ ਜੋ ਮਦਾਨੀ ਨੂੰ ਰਿੜਕਦੀ ਹੈ, ਤੇ ਉਸ ਨੇਤਰ ਨੂੰ ਕੰਟਰੋਲ ਕਰਨ ਲਈ ਯੂਜ਼ ਹੁੰਦੀ ਹੈ ਈਟੀ।
ਤੇ ਇੱਥੇ ਗੁਰੂ ਸਾਹਿਬ ਇਸ ਦਾ ਹੀ ਉਦਾਹਰਣ ਦੇ ਕੇ ਸਾਨੂੰ ਸਮਝਾਉਂਦੇ ਨੇ, ਐ ਮਨ ਈਟੀ ਹਾਥ ਕਰੋ। ਭਾਵ ਜਿਵੇਂ ਇੱਕ ਈਟੀ ਨੇਤਰੇ ਨੂੰ ਕੰਟਰੋਲ ਕਰਦੀ ਹੈ, ਉਸੇ ਤਰ੍ਹਾਂ ਮੈਂ ਆਪਣੇ ਮਨ ਨੂੰ ਕੰਟਰੋਲ ਕਰਨਾ ਹੈ। ਜਿਵੇਂ ਕਿ ਮੈਂ ਆਪਣੇ ਮਨ ਨੂੰ ਜੇ ਕੰਟਰੋਲ ਕਰ ਲਿਆ, ਆਪਣੇ ਮਨ ਨੂੰ ਉਸ ਏਕੋ ਨਾਮ ਦੇ ਹੁਕਮ ਦੇ ਵਿੱਚ, ਉਸ ਗਿਆਨ ਦੇ ਨਾਲ ਕੰਟਰੋਲ ਕਰ ਲਿਆ, ਮੇਰੇ ਜਿਹੜੇ ਕੰਮ ਨੇ, ਮੈਂ ਜੋ ਵੀ ਕੰਮ ਕਰਦਾ ਹਾਂ, ਜੋ ਵੀ ਡੀਡਸ ਕਰਦਾ ਹਾਂ, ਉਹ ਚੰਗੇ ਹੋ ਜਾਣਗੇ। ਤੇ ਇਹ ਮਨ ਈਟੀ ਹਾਥ ਕਰੋ, ਫਿਰ ਨੇਤਰੋ ਨੀਂਦ ਨਾ ਆਵੇ। ਤੇ ਫਿਰ ਕਹਿੰਦੇ ਨੇ ਕਿ ਜਦ ਮੈਂ ਆਪਣੇ ਮਨ ਨੂੰ ਕੰਟਰੋਲ ਕਰ ਲਿਆ, ਫਿਰ ਨੀਂਦ ਨਾ ਆਵੇ, ਭਾਵ ਮੈਨੂੰ ਨੀਂਦ ਨਹੀਂ ਆਏਗੀ। ਇੱਥੇ ਕਿਹੜੀ ਨੀਂਦ ਦੀ ਗੱਲ ਹੋ ਰਹੀ ਹੈ? ਇੱਥੇ ਉਹ ਨੀਂਦ ਦੀ ਗੱਲ ਹੋ ਰਹੀ ਹੈ ਜਿਹਦੇ ਵਿੱਚ ਉਹ ਵਿਕਾਰਾਂ ਦੀ ਨੀਂਦ ਦੀ ਗੱਲ ਹੋ ਰਹੀ ਹੈ, ਜਿਹਦੇ ਵਿੱਚ ਮੈਂ ਸੁੱਤਾ ਪਿਆ ਸੀ ਤੇ ਜਦ ਮੈਂ ਆਪਣੇ ਕੰਮਾਂ ਨੂੰ ਚੰਗਾ ਕਰ ਲਿਆ, ਏਕੋ ਨਾਮ ਜਪ ਕੇ ਆਪਣੇ ਵਿਚਾਰਾਂ ਨੂੰ, ਆਪਣੇ ਕੰਮ ਨੂੰ ਕੰਟਰੋਲ ਕਰ ਲਿਆ, ਫਿਰ ਉਨ ਵਿਕਾਰਾਂ ਦੀ ਜਿਹੜੀ ਨੀਂਦ ਹੈ, ਉਹ ਨੀਂਦ ਵਿੱਚ ਮੈਂ ਨਹੀਂ ਫਸਾਂਗਾ। ਤੇ ਫਿਰ ਗੁਰੂ ਸਾਹਿਬ ਕਹਿੰਦੇ ਨੇ ਕਿ ਫਿਰ ਗੁਰੂ ਸਾਹਿਬ ਕਹਿੰਦੇ ਨੇ, ਰਸਨਾ ਨਾਮ ਜਪੋ ਤਬ ਮਥੀਏ। ਤੇ ਤੂੰ ਫਿਰ ਰਸਨਾ ਨਾਲ ਪਰਮਾਤਮਾ ਦੇ ਨਾਮ ਜਪ, ਫਿਰ ਭਾਵ ਉਸਨੂੰ ਜ਼ੁਬਾਨ ਦੇ ਦੇ, ਕਮਿਟਮੈਂਟ ਦੇ ਦੇ ਕਿ ਜਪੋ ਤਾਂ ਏਕੋ ਨਾਮ, ਮੈਂ ਆਪਣੇ ਫਰਜ਼ਾਂ ਨੂੰ ਇਮਾਨਦਾਰੀ ਨਾਲ, ਬਿਨਾਂ ਕਿਸੇ ਚੀਟਿੰਗ ਦੇ ਪੂਰਾ ਕਰਾਂਗਾ। ਤੇ ਇਸ ਤਰ੍ਹਾਂ ਸਲੋਲੀ, ਗ੍ਰੈਜੂਅਲੀ, ਵਿਦ ਪੇਸ਼ੈਂਸ, ਜਿਹੜਾ ਮੇਰਾ ਮੱਖਣ ਹੈ ਉਹ ਰੜਕ ਕੇ ਬਾਹਰ ਆ ਜਾਏਗਾ, ਭਾਵ ਜਿਹੜਾ ਮੇਰਾ ਅੰਮ੍ਰਿਤ ਹੈ, ਇਨ ਵਿਦ ਅੰਮ੍ਰਿਤ ਪਾਵੋ। ਤੇ ਇਸ ਤਰ੍ਹਾਂ ਮੈਨੂੰ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਏਗੀ। ਹੁਣ ਅੰਮ੍ਰਿਤ ਦਾ ਮਤਲਬ ਕੀ ਹੈ? ਅੰਮ੍ਰਿਤ ਦਾ ਭਾਵ ਹੈ ਅ ਪਲਸ ਮ੍ਰਿਤ, ਭਾਵ ਜੋ ਮੈਨੂੰ ਮਰਨ ਨਾ ਦੇ। ਇਹ ਮਰਨ ਦੀ, ਇਹ ਆਤਮਕ ਮੌਤ ਦੀ ਗੱਲ ਹੋ ਰਹੀ ਹੈ। ਜਿਵੇਂ ਜਿਹੜੇ ਵਿਕਾਰ ਮੈਨੂੰ ਮਾਰ ਕੇ ਮੇਰੀ ਆਤਮਕ ਮੌਤ ਕਰਦੇ ਨੇ, ਅੰਮ੍ਰਿਤ, ਜਦ ਮੈਨੂੰ ਅੰਮ੍ਰਿਤ ਦੀ ਪ੍ਰਾਪਤੀ ਹੋ ਗਈ ਤਾਂ ਮੈਂ ਇਹ ਆਤਮਕ ਮੌਤ ਨਹੀਂ ਮਰਾਂਗਾ। ਤੇ ਜਦ ਮੈਂ ਆਪਣੇ ਕੰਮ ਨੂੰ, ਆਪਣੇ ਜਿਹੜੀ ਵਿਚਾਰ ਹੈ ਉਹਨਾਂ ਨੂੰ ਏਕੋ ਨਾਮ ਜਪ ਕੇ, ਉਸ ਗਿਆਨ ਦੇ ਨਾਲ ਜੋੜ ਕੇ ਆਪਣੇ ਕੰਮਾਂ ਨੂੰ ਕੰਟਰੋਲ ਕਰ ਲਿਆ, ਤੇ ਫਿਰ ਮੈਨੂੰ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਏਗੀ, ਤੇ ਭਾਵ ਮੈਂ ਅੰਮ੍ਰਿਤਧਾਰੀ ਬਣ ਜਾਵਾਂਗਾ। ਤੇ ਫਿਰ ਗੁਰੂ ਸਾਹਿਬ ਐਗਜ਼ਾਮਪਲ ਦਿੰਦੇ ਨੇ ਸੰਪਟ ਦੀ, ਮਨ ਸੰਪਟ ਜਿਤ ਸਰ ਨਾਵਣ ਪਾਵਨ ਪਾਤੀ ਤ੍ਰਿਪਤ ਕਰੇ। ਹੁਣ ਸੰਪਟ ਹੁੰਦਾ ਹੈ ਇੱਕ ਡੱਬਾ, ਬਾਕਸ, ਜਿਹਦੇ ਵਿੱਚ ਮੂਰਤੀਆਂ ਰੱਖੀਆਂ ਜਾਂਦੀਆਂ ਹਨ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਤੂੰ ਆਪਣੇ ਮਨ ਨੂੰ ਹੀ ਸੰਪਟ ਬਣਾ ਲੈ। ਕਿਉਂ? ਕਿਉਂਕਿ ਰੱਬ ਜੀ ਤੇ ਸਾਡੇ ਅੰਦਰ ਹੀ ਵਸਦੇ ਨੇ। ਤੇ ਜਦ ਮੈਂ ਆਪਣੇ ਮਨ ਨੂੰ ਹੀ ਸੰਪਟ ਬਣਾ ਲਿਆ ਔਰ ਰੱਬ ਜੀ ਮੇਰੇ ਅੰਦਰ ਵਸਦੇ ਨੇ, ਤੇ ਫਿਰ ਕੀ ਹੋਏਗਾ ਕਿ ਮੈਂ ਸੱਚ ਦੇ ਨਾਲ ਨਿਤਾ ਪ੍ਰੀਤੀ ਇਸ਼ਨਾਨ ਕਰਾਂਗਾ, ਜਿਸਨੂੰ ਗੁਰੂ ਸਾਹਿਬ ਕਹਿੰਦੇ ਨੇ, ਭਰੀਏ ਮਤ ਪਾਪਾ ਕੇ ਸੰਗ ਉਹ ਤੋਪੇ ਨਾ ਵਹਿ ਕੇ ਰੰਗ। ਤੇ ਮਨ ਵਿੱਚ ਮੈਂ ਜਦ ਰੱਬ ਨੂੰ ਫੁੱਲ ਕਮਿਟਮੈਂਟ ਦੇ ਦਿੱਤੀ, ਭਾਵ ਪੂਰੀ ਸ਼ਰਧਾ ਦੇ ਦਿੱਤੀ। ਇੱਥੇ ਸ਼ਬਦ ਦੇ ਵਿੱਚ ਪਾਵਨ ਦਾ ਮਤਲਬ ਹੈ ਸ਼ਰਧਾ। ਤੇ ਸ਼ਰਧਾ ਕੀ ਹੁੰਦੀ ਹੈ? ਜਿਨ ਸ਼ਰਧਾ ਰਾਮ ਨਾਲ ਲੱਗੀ, ਜਿਨ ਸ਼ਰਧਾ ਰਾਮ ਨਾਲ ਲੱਗੀ ਤਿਨ ਦੂਜੇ ਚਿਤ ਨਾ ਲਾਇਆ ਰਾਮ। ਜਦ ਮੇਰੀ ਸ਼ਰਧਾ ਉਸ ਏਕੋ ਨਾਮ ਨਾਲ ਜੁੜ ਗਈ, ਜਦ ਮੈਂ ਆਪਣੀ ਫੁੱਲ ਕਮਿਟਮੈਂਟ ਉਸ ਏਕੋ ਨਾਮ ਨੂੰ ਦੇ ਦਿੱਤੀ, ਤੇ ਫਿਰ ਮੈਨੂੰ ਕੋਈ ਹੋਰ ਭਟਕਣ ਦੀ ਲੋੜ ਹੀ ਨਹੀਂ ਪਏਗੀ। ਤੇ ਫਿਰ ਇਹਦਾ ਮਤਲਬ ਕਿ ਜਦ ਮੈਂ ਆਪਣੀ ਫੁੱਲ ਕਮਿਟਮੈਂਟ ਇੱਕ ਅਕਾਲ ਪੁਰਖ ਵਾਲੀ ਸੋਚ ਨੂੰ ਦੇ ਦਿੱਤੀ ਕਿ ਤੇ ਮੈਂ ਸਮਝ ਗਿਆ ਕਿ ਰੱਬ ਜੀ ਤੇ ਸਾਡੇ ਅੰਦਰ ਹੀ ਨੇ, ਤੇ ਫਿਰ ਮੈਨੂੰ ਇਕਮਿਕਤਾ ਹਾਸਿਲ ਹੋ ਜਾਏਗੀ। ਤੇ ਫਿਰ ਮੈਂ ਆਪਣੀ ਆਈ ਮੀ ਮਾਈਸੈਲਫ ਵਾਲੀ ਜਿਹੜੀ ਈਗੋ ਹੈ, ਉਹ ਕਰਕੇ, ਜਿਹੜੀ ਈਗੋ ਨੂੰ ਮੈਂ ਛੱਡ ਕੇ ਆਪਣੇ ਅੰਦਰ ਵਸਦੇ ਰੱਬ ਜੀ ਦੇ ਲਾਅ ਆਫ ਨੇਚਰ ਨੂੰ ਦੇ ਅਨੁਸਾਰ ਆਪਣੇ ਕੰਮ ਕਰਾਂਗਾ, ਏਕੋ ਨਾਮ ਦੇ ਅਨੁਸਾਰ ਆਪਣੀ ਜ਼ਿੰਦਗੀ ਜੀਵਾਂਗਾ। ਤੇ ਇਸ ਤਰੀਕੇ ਨਾਲ ਰੱਬ ਜੀ ਦੇ ਮਿਲਾਪ ਦਾ ਮੈਂ ਆਨੰਦ ਮਾਣ ਸਕਦਾ ਹਾਂ। ਤੇ ਇਸ ਬੰਦ ਵਿੱਚ ਅਸੀਂ ਸਮਝਿਆ ਕਿ ਜਿਵੇਂ ਕਿ ਬਾਹਰਲੀ ਤੌਰ ਤੇ ਮੂਰਤੀਆਂ ਨੂੰ ਸੰਪਟ ਵਿੱਚ ਰੱਖਿਆ ਜਾਂਦਾ ਹੈ, ਉਸੇ ਤਰ੍ਹਾਂ ਮੈਂ ਜਦ ਆਪਣੇ ਮਨ ਨੂੰ ਇਹ ਸੰਪਟ ਬਣਾ ਲਿਆ ਤਾਂ ਮੇਰਾ ਜੀਵਨ ਉਸ ਰੱਬ ਦੀ ਨਿਯਮਾਵਲੀ ਅਨੁਸਾਰ ਹੋ ਜਾਏਗਾ, ਉਸ ਲਾਅ ਆਫ ਨੇਚਰ ਦੇ ਅਨੁਸਾਰ ਹੋ ਜਾਏਗਾ। ਤੇ ਮੈਂ ਆਪਣੀ ਪੂਰੀ ਸ਼ਰਧਾ ਉਸ ਰੱਬ ਜੀ ਨੂੰ, ਫੁੱਲ ਕਮਿਟਮੈਂਟ ਆਪਣਾ 100% ਉਸ ਏਕੋ ਨਾਮ ਨੂੰ ਦਵਾਂਗਾ। ਤੇ ਇਸ ਦੇ ਬਾਅਦ ਕੀ ਹੋਏਗਾ ਕਿ ਮੈਂ ਇੱਕ ਹੈਪੀ ਲਾਈਫ, ਇੱਕ ਅੱਛੀ ਲਾਈਫ ਜੀ ਸਕਦਾ ਹਾਂ। ਤੇ ਫਿਰ ਗੁਰੂ ਸਾਹਿਬ ਕਹਿੰਦੇ ਨੇ, ਕਹਿੰਦੇ ਕਹੇ ਕਹਿ ਕਹਿ ਜਾਵੇ, ਕਹਿੰਦੇ ਕਹੇ ਕਹਿ ਕਹਿ ਜਾਵੇ,
तुम सिर अवर ना कोई। हुण ए जपो ता एको नाम दे बिना, जपो ता एको नाम दे बिना, सच दी परिभाषा दे बिना, जिसने भी निराफल कम कीते, ਭਾਵ ਕਰਮਕਾਂਡ ਕਰਕੇ ਜਾਂ ਸੁਪਰਸਟੀਸ਼ਨ ਕਰਕੇ ਉਸ ਰੱਬ ਜੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂ ਰੱਬੀ ਮਿਲਾਪ ਪਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕੀ ਕੀਤਾ? ਉਹਨਾਂ ਦੇ ਪੂਰੇ ਐਫਰਟਸ ਵੇਸਟ ਹੋ ਗਏ। ਉਹਨਾਂ ਨੇ ਆਪਣਾ ਪੂਰਾ ਟਾਈਮ ਵੇਸਟ ਕਰ ਦਿੱਤਾ, ਸਮੇਂ ਵਿਅਰਥ ਕਰ ਦਿੱਤਾ। ਕਹਿੰਦੇ ਕਹਿ ਜਾਵੇ, ਉਹ ਲੋਕੀ ਕਹਿੰਦੇ ਰਹਿ ਗਏ ਬਟ ਕੁਝ ਹਾਸਿਲ ਹੀ ਨਾ ਕਰ ਸਕੇ। ਉਹਨਾਂ ਨੇ ਆਪਣਾ ਪੂਰਾ ਜੀਵਨ ਵਿਅਰਥ ਹੀ ਗਵਾ ਦਿੱਤਾ। ਹੁਣ ਕਿਉਂ? क्योंकि तुम सिर अवर ना कोई, जो जपोता एको नाम है उसदे वर्गी होर कोई चीज ही नहीं हो सकती। ते फिर गुरु साहब कहंदे ने भगतहीन नानक। हुण गुरु नानक देव जी इत्थे अपने आप ते एग्जांपल टुका के सानू समझाना चाहते ने कि भगतहीन, इत्थे भगत दे तत्ते नू सिहारी हैगी है, भाव भगती। ते भगती दा मतलब की हुंदा है? विण गुण कीते ਭਗਤ ਨਾ ਹੋਏ। ਗੁਰੂ ਨਾਨਕ ਸਾਹਿਬ ਸਾਨੂੰ ਸਮਝਾਉਂਦੇ ਨੇ ਕਿ ਮੇਰੇ ਅੰਦਰ ਗੁਣ ਤੇ ਹੈ ਨਹੀਂ, ਪਰ ਮੈਂ ਇੱਕ ਬੇਨਤੀ ਕਰਦਾ ਹਾਂ, ਇੱਕ ਰਿਕੁਐਸਟ ਕਰਦਾ ਹਾਂ ਕਿ ਹੁਣ ਤੋਂ ਮੈਂ ਉਸ ਲਾਅ ਆਫ ਨੇਚਰ ਦੇ ਅਨੁਸਾਰ ਹੀ ਆਪਣੀ ਜ਼ਿੰਦਗੀ ਜੀਵਾਂਗਾ। ਭਾਵ ਮੈਂ ਏਕੋ ਨਾਮ ਜਪ ਕੇ ਆਪਣੇ ਕਰਮਾਂ ਨੂੰ ਏਕੋ ਨਾਮ ਦੇ ਨਾਲ ਜੋੜਾਂਗਾ, ਉਸ ਹੁਕਮ ਵਿੱਚ ਰਹਿ ਕੇ ਉਸ ਗਿਆਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਾਂਗਾ। ਤੇ ਫਿਰ ਕੀ ਹੋਏਗਾ? ਅਗਲੇ ਸ਼ਬਦ ਵਿੱਚ ਗੁਰੂ ਸਾਹਿਬ ਸਾਨੂੰ ਸਪਸ਼ਟ ਕਰਦੇ ਨੇ ਕਿ ਐਸਾ ਗਿਆਨ ਜਪੋ ਮਨ ਮੇਰੇ, ਭਾਵ ਆਪਣੇ ਜੀਵਨ ਦੇ ਵਿੱਚ ਉਸ ਗਿਆਨ ਨੂੰ ਮੈਂ ਦ੍ਰਿੜ ਕਰਾਂਗਾ। ਤੇ ਇਸ ਸ਼ਬਦ ਦੇ ਰਾਹੀਂ ਜਦ ਸਾਨੂੰ ਸਮਝ ਆ ਗਿਆ ਕਿ ਏਕੋ ਨਾਮ ਕੀ ਹੈ, ਸਮਝ ਆ ਗਿਆ ਕਿ ਜਿਹੜੇ ਰੱਬ ਜੀ ਦੇ ਨਿਯਮ ਨੇ, ਜਿਹੜੇ ਲਾਜ਼ ਨੇ, ਮੈਂ ਉਹਨਾਂ ਲਾਜ਼ ਦੇ ਅਕੋਰਡਿੰਗਲੀ ਆਪਣੇ ਕੰਮ ਕਰਨੇ ਨੇ, ਆਪਣੇ ਲਾਜ਼ ਉਹਨਾਂ ਲਾਅ ਆਫ ਨੇਚਰ ਦੇ ਅਨੁਸਾਰ ਬਣਾਉਣੇ ਨੇ। ਤੇ ਹੁਣ ਜਿਵੇਂ ਇੱਕ ਕਨਸਟੀਟਿਊਸ਼ਨ ਹੈ ਸਾਡਾ, ਇੱਕ ਕਨਸਟੀਟਿਊਸ਼ਨ ਹੈ ਕਿ ਜਦ ਮੈਂ ਉਸ ਕਨਸਟੀਟਿਊਸ਼ਨ ਨੂੰ ਫੋਲੋ ਕਰਦਾ ਹਾਂ ਤੇ ਉਹ ਕਨਸਟੀਟਿਊਸ਼ਨ ਮੇਰੀ ਹੀ ਹੈਲਪ ਕਰਦਾ ਹੈ। ਲੇਕਿਨ ਜਦ ਮੈਂ ਉਸ ਕਨਸਟੀਟਿਊਸ਼ਨ ਦੇ ਲਾਜ਼ ਨੂੰ, ਉਸ ਦੇ ਰੂਲਸ ਨੂੰ ਤੋੜਿਆ ਤੇ ਉਹੀ ਕਨਸਟੀਟਿਊਸ਼ਨ ਮੈਨੂੰ ਪਨਿਸ਼ ਕਰੇਗਾ। ਤੇ ਸਾਡਾ ਕਨਸਟੀਟਿਊਸ਼ਨ ਕੀ ਹੈ? ਰੱਬ ਜੀ ਦੀ ਜਿਹੜੀ ਬਾਣੀ ਹੈ, ਇਹ ਏਕੋ ਨਾਮ ਸਾਡਾ ਕਨਸਟੀਟਿਊਸ਼ਨ ਹੈ ਤੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਫੋਲੋ ਕਰਨਾ ਹੈ, ਇਸ ਦੇ ਲਾਅ ਆਫ ਨੇਚਰ ਨੂੰ, ਇਸ ਦੇ ਹੁਕਮ ਦੇ ਵਿੱਚ ਰਹਿ ਕੇ, ਇਸ ਦੇ ਗਿਆਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਨਾ ਹੈ। ਤੇ ਜਦ ਮੈਂ ਇਸ ਗਿਆਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰ ਲਿਆ ਤੇ ਫਿਰ ਇਹ ਜਿਹੜੇ ਫੋਕਟ ਕਰਮ ਨੇ, ਇਹ ਜਿਹੜੇ ਨਿਰਾਫਲ ਕਰਮ ਨੇ, ਮੈਂ ਇਹਨਾਂ ਵਿੱਚ ਆਪਣਾ ਸਮਾਂ ਵਿਅਰਥ ਨਹੀਂ ਕਰਾਂਗਾ ਤੇ ਮੇਰੀ ਜਿਹੜੀ ਲਾਈਫ ਹੈ, ਮੇਰੀ ਜਿਹੜੀ ਜ਼ਿੰਦਗੀ ਹੈ ਉਹ ਅੱਛੀ ਹੋ ਜਾਏਗੀ ਤੇ ਮੈਨੂੰ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਏਗੀ। ਉਹ ਅੰਮ੍ਰਿਤ ਜੋ ਪਹਿਲੇ ਤੋਂ ਹੀ ਮੇਰੇ ਅੰਦਰ ਸੀ। ਨਾਨਕ ਅੰਮ੍ਰਿਤ ਮੰਨੇ ਮਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਬੋਲਾਂ, ਮੈਨੂੰ ਇਸ ਵਕਤ ਮੇਰੇ ਕੋਲ ਸ਼ਬਦ ਨਹੀਂ ਨੇ, ਕਿਉਂਕਿ ਇਸ ਸ਼ਬਦ ਦੀ ਵਿਚਾਰ ਕਰਨੀ ਇੰਨੀ ਸੌਖੀ ਨਹੀਂ ਹੈ। ਖਾਸ ਕਰਕੇ ਸਾਡੇ ਵਰਗੇ ਬੰਦੇ ਜਿਨ੍ਹਾਂ ਦੀ ਸ਼ਬਦਾਵਲੀ, ਜਿਨ੍ਹਾਂ ਨੇ ਜੋ ਚੀਜ਼ਾਂ ਦੇਖੀਆਂ, ਅਸੀਂ ਆਪਣੇ ਘਰਾਂ ਦੇ ਵਿੱਚ ਲੱਸੀ ਬੰਦੀ, ਜਾਗ ਲੱਗਦੇ, ਮੱਖਣ ਬੰਦੇ ਮਿਕਸੀ ਵਿੱਚ ਦੇਖੇ। ਸਾਡੇ ਘਰਾਂ ਦੇ ਵਿੱਚ ਆਮ ਤੌਰ ਤੇ ਚਾਟੀ, ਮਧਾਨੀ, ਸਾਡੇ ਘਰਾਂ ਦੇ ਵਿੱਚ ਨੇਤਰਾ, ਇਹ ਚੀਜ਼ਾਂ ਨਹੀਂ ਹੁੰਦੀਆਂ। ਉਹਨਾਂ ਵਰਡਸ ਨੂੰ ਸਮਝਣਾ, ਉਹਨਾਂ ਵਰਡਸ ਦੇ ਪਿੱਛੇ ਭਾਵ ਨੂੰ ਸਮਝਣਾ ਤੇ ਉਸ ਭਾਵ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਟੁਕਾ ਕੇ ਗੁਰਬਾਣੀ ਦੀ ਹਰ ਪੰਕਤੀ ਇੱਕ ਐਗਜ਼ਾਮਪਲ ਵਜੋਂ ਵਰਤ ਕੇ ਸਾਡੇ ਜੀਵਨ ਦੀ ਗੱਲ ਕੀ ਕਰਦੀ ਪਈ ਹੈ, ਇਹ ਸਮਝਾਣੀ। ਹੁਣ ਕਿਤਨਾ ਉਭਰ ਕੇ ਆ ਗਿਆ ਕਿ ਗੁਰੂ ਨਾਨਕ ਸਾਹਿਬ ਸਾਨੂੰ ਇਧਰ ਮੱਖਣ ਕੱਢਣਾ ਨਹੀਂ ਸਿਖਾ ਰਹੇ, ਪਰ ਗੁਰੂ ਨਾਨਕ ਸਾਹਿਬ ਉਸ ਚੌਗਿਰਦੇ ਵਿੱਚ ਨੇ, ਜਿਸ ਚੌਗਿਰਦੇ ਵਿੱਚ ਗੁਰੂ ਨਾਨਕ ਸਾਹਿਬ ਦੇਖਦੇ ਪਏ ਨੇ ਇੱਕ ਟੈਕਨੀਕ ਯੂਜ਼ ਕੀਤੀ ਜਾ ਰਹੀ ਹੈ, ਲੋਕ ਦੁੱਧ ਕੱਢਣ ਲਈ ਕਿਵੇਂ ਜਾਂਦੇ ਪਏ ਨੇ। ਹੁਣ ਇਹ ਦੇਖਦੇ ਪਏ ਨੇ ਕਿ ਦੇਖੋ ਕਈ ਵਾਰੀ ਨਾ ਭਾਂਡਾ ਮਨੁੱਖ ਬਾਹਰੋਂ ਬਹੁਤ ਚਮਕਾ ਦਿੰਦਾ, ਪਰ ਜੇ ਉਸ ਭਾਂਡੇ ਦੇ ਅੰਦਰ ਗੰਦਗੀ ਹੋਏ, ਬਾਹਰੋਂ ਬੜਾ ਚਮਕਿਆ ਹੋਏ ਪਰ ਅੰਦਰ ਗੰਦਗੀ ਹੋਏ, ਤੇ ਉਸ ਭਾਂਡੇ ਦੇ ਅੰਦਰ ਦੁੱਧ ਪਾਤਾ, ਦੁੱਧ ਨੇ ਖਰਾਬ ਹੋਣਾ ਸੀ। ਉਹ ਭਲਿਆ ਪੁਰਖਾ, ਤੂੰ ਬਾਹਰੀ ਤੌਰ ਤੇ ਧਰਮੀ ਬਣਨ ਦੀ ਬੜੀ ਕੋਸ਼ਿਸ਼, ਬੜਾ ਦਿਖਾਵਾ ਕਰਦਾ ਪਿਆ,
तू बाहरी तौर ते कोई लिमिट नहीं है कितने कर्म कांड करता पे, पर की ओ भरोसा तेरे अंदर तू धर्मी बनिया है कि धर्म का दिखावा किया, जरा कभी सोच के वेखें। वैसे ना असी ना कई चीज़ां ना बड़ी ही अजीब वे नाल करदे जिहदे विच सानू भी पता नहीं हुंदा की करदे पिया। एक बंदा ना किसी जगह ते जा रहा सी कि मैं कोई पर्टिकुलर काम करांगा, मैं रब नू खुश कर दांगा, बारिश नहीं हुंदी पई, वो काम करके ना बारिश शुरू हो जाएगी। हुण वो जांदा पिया, हुण उहनूं राह विच उहदा दूजा एक दोस्त लभ पिया। वो दोस्त उन्होंने पूछता है कि मैनू दसेगा कि तू की करन जा रहा है? कहना मैं इस जगह ते जा रहा, इस जगह ते जाके ए पर्टिकुलर काम करांगा, ए काम कीतियां बारिश शुरू हो जाएगी। उसके दोस्त उन्होंने पूछता है कि तेनू पक्का भरोसा है जो तू कल करदा पे है, ए काम कीतियां बारिश होएगी? कहंदा बिल्कुल भरोसा है। कहंदा तेनू भरोसा नहीं है। मैं दसा पता भरोसा क्यों नहीं है? क्योंकि तेनू एक ते सच पता है, ते दूजी चीज अगर तेरे अंदर भरोसा होंदा ना, तू अपने आप नू मानसिक भरम दे विच नहीं रखदा। तेरे अंदर भरोसा होंदा जदों तू ये काम करन जा रहा सी, तू अपने नाल छतरी जरूर लेके जांदा सी। तू छतरी नाल नहीं लेके जा रहा, ए चीज गवाही पड़दी है कि तेनू भरोसा नहीं, तू बाहरली तौर ते कोई काम जरूर करता पे, पर तू अंदरूनी तौर ते किसी चीज नू जीना सीखिया नहीं। असी हर काम बाहरली कर्म कांड तक सीमित रह गए, बजाय कि उस ज्ञान नू अपने जीवन नू सुधारन ते ले आइए। इस शब्द का एक अहम नुकता समझन वाला जेड़ा वरत्या गया है, जपो ता एको। देखो कितनी कमाल दी गल, लफ्ज वरत्या है एको ते वरत्या है जपो। भाई कान सिंह नाभा महान कोश विच जपो दे अर्थ लिखते ने समझ, देखना। हुण उस समझ केड़ी लेके आनी है? एको नाम दी। हुण बड़ी कमाल दी गल, लफ्ज वरत्यो ने एको। जदों जिंदगी दा ऑब्जेक्टिव पता है कि मैं कोई पर्टिकुलर ऑब्जेक्टिव हासिल करना है, उस ऑब्जेक्टिव तक पहुंचने लई मैनू केड़ियां चीज़ां चाहीदियां ने ते केड़ियां चीज़ां नहीं चाहीदियां, ए समझनियां लाजमी हो जांदियां। गुरु साहब जदों सानू समझांदे ने, भई परापत मानुख दे हुरिया, गोबिंद मिलन की ए तेरी बरिया, ऑब्जेक्टिव क्लियर है। हुण जदों ऑब्जेक्टिव क्लियर है, उस ऑब्जेक्टिव तक पहुंच हासिल करने लिए मैनू कोई टूल चाहिए होएगा। गुरु साहब अगे स्पष्ट करते हैं, भई परापत मानुख दे हुरिया, गोबिंद मिलन की ए तेरी बरिया। हुण अगे देखो स्पष्ट करते हैं, अवर काज तेरे किते ना काम। अवर निराफल काम अज दे शब्द विच आया, अवर काज तेरे किते ना काम। की नहीं करना ऑब्जेक्टिव तक दसदे पयो, पर की करा? गुरु साहब की कहते हैं, मिल साध संगत, अगे की है पज, अज दे शब्द विच की है जपो। मिल साध संगत पज, अगला वर्ड की है केवल, अज दे शब्द विच की है एको। हुण एक चीज कितनी स्पष्ट होंदी पई है, मिल साध संगत पज केवल नाम ते जपो ता एको नामा। मतलब हुण तू एक दे इलावा किसी दूजे आस ते दूजे कम दे जरिए कोशिश करेगा ना कि तू मैं रब्बी नियम नु समझ के ओ कम आप करने नहीं शुरू करांगा ना, मैं ए महसूस नहीं करांगा कि रब जी मेरे अंदर ने उस कुदरत दे नियम नु समझ के मैं अपनी जिंदगी दे कम बनाने। असी सारे इधर बैठे हुए हैं, सानू कौन लेके आया, किसने एक मोटिवेट किया है काम करने लिए? साडे विचार ने, साडी सोच ने, साडे मन ने। मतलब साडा ड्राइवर कौन है? साडा मन। मेरा मन करता बनी बैठा है, असी करते नू वख समझी बैठे। साडा मन करता बनी बैठा है, जदों मैं अपने मन करते नू, क्योंकि मेरा मन ते बहुत भटकदा है, मन पंखी पयो उड़ उड़ दां ते सजाए, वो ते हर जगह ते जांदा है। हुण हर जगह ते जांदा पे, अगे स्पष्ट करदे ने, जो जैसी संगत मिले सो तैसो फल खाए। हुण जिहो जी संगत ए मन करेगा, तिहो जिहा उहनूं नतीजा मिलेगा। इस करके जदों मेरा मन बाहर भटकदा पिया सी, उस मन नूं परदेसी क्या क्यों बाहर जा रहा है? मन परदेसी नूं कह रहे ना, आओ करे, मन परदेसी वे प्यारे आओ करे, आजा वापस आजा, कम बैक, डोंट गो आउट। क्यों? क्योंकि तू कुदरत दे नियम दे अनुसार अपने नियम बना ले। जदों तू अपने नियम नूं कुदरती नियम दे अनुसार बनाएगा, ए तू एक नाम दे अधीन आना शुरू करदा पिया ते अगे बढ़ते है। अगर तू वो नहीं बनाया, तू अपनी मत मारदा रहा, एको नाम नूं नहीं समझिया,
ਰੱਬੀ ਨਿਯਮਾਵਲੀ ਨੂੰ ਨਹੀਂ ਸਮਝਿਆ, ਘਟ ਘਟ ਮੈਂ ਹਰ ਜੂ ਬਸੇ ਨਹੀਂ ਸਮਝਿਆ, एक रब है पर सब कुछ ही रब है, सब है घट राम बोले रामा बोले नहीं समझिया, तो सोचा कि मैं अपनी चतुराइयां चलाकियां नाल करांगा ते लफ्ज वरते होने निराफल। हुण निराफल दा एक दूजा वर्ड समझ लो बिरथा, वेस्ट। हुण देखो शुरुआत की है केवल तो, एको तो, ते नाल आगे उस केवल तो इलावा, उस एको तो इलावा बाकी सब वेस्ट है। राग रामकली अंदर ना मेरे ख्याल जिथे तक मैनू चेता है राग रामकली गुरु अर्जन साहब ना उस शब्द दे रहाव दे विच मैं बेनती करांगा अगर एक बार शब्द स्क्रीन ते लाओगे ना, गुरु साहब उस एक चीज स्पष्ट करते ने, एको नाम ध्याए मन मेरे। देखो लफ्ज फिर दोबारा गुरु साहब स्पष्ट करते पे ने कि एको। हुण गुरु साहब उधर भी जिक्र करते पे ने की कर हे मेरा मना, तो की कर एको नाम त्या, राग रामकली अंदर गुरु अर्जन साहब का। हुण तू एको नाम त्या हे मेरे मना, हुण जुबान नू कहंदेगा, जुबान नू कहंदे कुछ तू तू ध्यान ना कर, समझ आ सकती सी, पर मेरे मन नू कहंदे पे ने। मैं कल सवेरे भी एक जगह ते जिक्र कीता सी कि एक बच्चे नू अगर हर वक्त क्रिकेट 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 दी गल करे, हुण उहदे घर वाले की कहणगे कि तेरी जिंदगी दे विच क्रिकेट दा धुन सवार है। कोई अगर एक बंदा हर वक्त मूवीज 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 दियां गल्लां करदा रहे 24 घंटे ते की कहणगे कि तू हर वक्त पिक्चरां दी मूवीज दे गीत अलापदा रहिंदा है। नो दैट डज नॉट मीन ओ फिजिकली ओ गीत अलाप रहे, भाव उदी चेतन शक्ति, उदी सोच दे विच ए चीजां बस गईयां ने। इसनू कहंदे ने गाना, इसनू कहंदे ने ध्याना, इसनू कहंदे पे ने कीर्तन। जदू मेरा तन भाव, जदू मेरा मन रब जी दी कीर्ति वडियाई करे। हुण गुरु साहब कहंदे पे ने एको नाम ते आए मन, हे मेरे मना उस नियमावली नू समझ ले जो तेरा कारज है, भई परापत मानुक दे हुरिया वाला कारज तेरा होवे पूरा, उसले की कर हर 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 गुण गाए मन मेरे। हुण रब जी दे गुण गा, हुण रब जी दे गुण वड्डा दाता तिल ना तमा, ओनू थोड़ा की है कि कोई ओदी वडियाई करे। रब जी दे गुण गान दा मतलब जो तू रब जी दी वडियाई करदा पे ओ भलिया रब जी ते तेरे अंदर है, तेरे जीवन चू नजर आए ना। पर ए कम कीते बिना देखो पहली पंक्ति देखो, अवर निराफल कामा सी ना, और पहली पंक्ति देखो बिरथा परवासा लोक, अवर निराफल काम है। तू कहंदा पे नहीं दुनिया इस जगह ते ए चीज समझी बैठी है ते ओ चीज एक पल्ली में रुका। एक हुंदा है नजर, एक हुंदा है नजरिया। एक ना बीमारी कह लो या कह लो कि जदों सानू दूर दा नजर ना आए, ए जिहड़ी ऐनक है ना ए मदद करदी है सानू दूर देखण लई। साडी प्रॉब्लम ए खड़ी हो गई, असी कोई कर्म कांड कीते आ, किसी खास जगह ते जाया, सानू टेंपररी कोई एक सुकून मिले, टेंपररी कोई चीज दा लाभ लगे, ਅਸੀਂ कह ਦਿੰਦੇ ਆ ਬੱਲੇ ਬੱਲੇ ਇਹ ਤੇ ਦੇਖੋ ਦੁਨੀਆ ਇਹ ਕਹਾਣੀਆਂ ਸੁਣਾਉਂਦੀਆਂ ਆਈਆਂ ਸੱਚ ਹੋਈਆਂ ਹੀ ਨਾ। ਪਰ ਪ੍ਰੋਬਲਮ ਇਹ ਹੋਗੀ ਕਿ ਸਾਡੇ ਜੀਵਨ ਦੇ ਵਿੱਚ ਨਜ਼ਰੀਆ ਨਹੀਂ ਸੀ, ਅਸੀਂ ਸ਼ਾਰਟ ਟਰਮ ਸੋਲੂਸ਼ਨ ਲੱਭੇ, ਲੌਂਗ ਟਰਮ ਪ੍ਰੋਬਲਮਸ ਦੇ ਸੋਲੂਸ਼ਨ ਨਹੀਂ ਲੱਭੇ। ਮੇਰੇ ਖਿਆਲ ਤਕਰੀਬਨ 1950 ਦੀ ਆਸ-ਪਾਸ ਦੀ ਗੱਲ ਹੈ, ਇੱਕ ਆਈਲੈਂਡ ਸੀ ਬੋਰਨੀਓ, ਉਹ ਏਸ਼ੀਆ ਦੇ ਵਿੱਚ ਇੱਕ ਆਈਲੈਂਡ ਹੈ। 1950 के आसपास का समा है, उस वक्त उधर मलेरिया बहुत फैलिया। हुण फैसला लिया गया कि मलेरिया इतना फैलिया जा रहा है, उदा हल की है मच्छरां नूं खत्म करना। हुण ओ मच्छर नूं खत्म करन लई उस वक्त यह सोचा गया कि उधर ना कोई पेस्टिसाइड है जिहड़ा टॉक्सिक सी, टॉक्सिक पेस्टिसाइड नूं स्प्रे कर। वो टॉक्सिक पेस्टिसाइड उस आइलैंड ते स्प्रे किया गया शॉर्ट टर्म, क्योंकि शॉर्ट टर्म सोच नाल गए। हुण शॉर्ट टर्म सोच नाल गए होया कि मच्छर ते मरने शुरू हो गए, पर नाल नाल कई इंसेक्ट्स भी मरदे गए। हुण एक इंसेक्ट हुंदा है गैकोस जो इंसेक्ट्स नूं खांदा है, एक गैकोस हुंदा है जो इंसेक्ट्स नूं खांदा है। गैकोस ने उस इंसेक्ट्स नूं खाना शुरू कीता जेड़े इंसेक्ट्स आप कंटामिनेटेड सी, व्हाई? बिकॉज ऑफ दैट टॉक्सिक पेस्टिसाइड। हुण गैकोस नूं कौन खांदा है फूड चेन के अनुसार? बिल्लियां, कैट। कैट्स ने ओ गैकोस नूं खाना शुरू किया जेडे गैकोस मरदे पए सी ते आप कंटामिनेटेड सी। ओदा नतीजा की निकलिया?
उस जगह ते बिल्लियां मरनियां शुरू हो गई। हुण बिल्लियां मरनियां शुरू हुई, ਉਹਦਾ नतीजा की निकलिया, चूहां की आबादी ਵਧਣੀ शुरू हो गई। प्रॉब्लम की हुई सी, मलेरिया ਵਧਦਾ ਪਿਆ ਸੀ, खत्म करने सी मच्छर, पर प्रॉब्लम की हुई, चूहे की आबादी ਵਧਣੀ शुरू हो गई। वो इतनी ਵਧਦੀ गई, इतनी ਵਧਦੀ गई कि जिस जगह ते मलेरिया की प्रॉब्लम सी, उस जगह ते प्लेग की महामारी फैल गई। हुण उस प्लेग की महामारी ਨੂੰ फैलन तो कंट्रोल करने ਲਈ ਕੀ करना ਪਿਆ, पता लग्या है ਅਸੀਂ ਤੇ शॉर्ट टर्म सोच के इतने गलत फैसले ले गए, ਅਸੀਂ लॉन्ग टर्म सोचिया नहीं। फिर उस वक्त एक ऑपरेशन वरत्या गया, जो ऑपरेशन तुसी सर्च भी करोगे ਉਹਦਾ कुछ तो ਇਹੋ ਜਿਹਾ टर्म आंदा, ऑपरेशन कैट ड्रॉप। ਜਿਵੇਂ ਹੁੰਦਾ ਨਾ 에ਅਰ ਡ੍ਰੌਪ ਹੁੰਦਾ, ਤਿਵੇਂ ਕੈਟਸ ਨੂੰ ਡ੍ਰੌਪ ਕੀਤਾ ਗਿਆ। ਉਹ ਬਿੱਲੀਓ ਜਾਓ, ਜਾ ਕੇ ਇਹਨਾਂ ਚੂਹਾਂ ਨੂੰ ਖਾਓ ਤਾਂ ਕਿ ਪਲੇਗ ਨੂੰ ਕੰਟਰੋਲ ਕੀਤਾ ਜਾ ਸਕੇ। क्यों? क्योंकि असी हर चीज नू ना शॉर्ट टर्म सोचा, असी कोई भी चीज नू एक दूर दे नजरिए नाल देखने की कोशिश नहीं की कि असल प्रॉब्लम की है। प्रॉब्लम सी साडे मन दी, प्रॉब्लम सी साडी सोच दी, उस प्रॉब्लम दा हल सी एको नाम, पर असी की कीता, जो शब्द स्क्रीन ते सी बिरथा प्रवासा लोग। ਅਸੀਂ ਸ਼ਾਰਟ ਟਰਮ ਦੁਨੀਆ ਦੇ ਕਹਿੰਦੇ ਲੋਕੀ ਇਹ ਕਰਦੇ ਪਏ ਨੇ, ਨਹੀਂ ਇਸ ਜਗ੍ਹਾ ਤੇ ਜਾਣਾ ਤੇ ਮਿਲਦਾ ਹੀ ਮਿਲਦਾ ਹੈ, ਮੈਂ ਚਲਾ ਗਿਆ। ਕਿਉਂ? ਕਿਉਂਕਿ ਸ਼ਾਰਟ ਟਰਮ ਨਜ਼ਰੀਆ ਸੀ, ਲੌਂਗ ਟਰਮ ਦੀ ਸੋਚ ਨਹੀਂ ਸੀ। ਇੱਕ ਅਖੀਰਲਾ ਨੁਕਤਾ, ਕਿਉਂਕਿ ਸ਼ਬਦ ਮੇਰੇ ਖਿਆਲ ਸੁਪ੍ਰੀਤ ਸਿੰਘ ਨੇ ਬਿਲਕੁਲ ਸਪਸ਼ਟ ਕਰ ਦਿੱਤਾ, ਇੱਕ ਅਖੀਰਲਾ ਨੁਕਤਾ ਕਿ ਦੇਖੋ ਕਿਵੇਂ ਅਸੀਂ ਉਹ ਗੁਰੂ ਸਾਹਿਬ, ਗੁਰੂ ਅਰਜਨ ਸਾਹਿਬ ਵੀ ਮੇਰੇ ਖਿਆਲ ਸਮਝਾਉਂਦੇ ਪਏ ਨੇ ਕਿ ਦੇਖੋ ਅਵਰ ਨਿਰਾਫਲ ਕਾਮਾਂ ਦੀ ਲਿਸਟ ਕੀ ਆਉਂਦੀ ਪਈ ਹੈ। ਇੱਕ ਸ਼ਬਦ ਹੈ ਸਕਰੀਨ ਤੇ ਲਿਆਓ, ਗੁਰੂ ਸਾਹਿਬ ਕਹਿੰਦੇ ਨੇ ਪਏ ਨੇ ਪਾਠ ਪੜਿਓ और वेद विचारे। हम देखो उस शब्द का रहाव है, प्यारे इन वेद मिलन ना जाए, नो नो नो, इम्पॉसिबल। आई कैन गिव यू अ गारंटी। जो अवर निराफल कामा ने ना, आई एम जस्ट अबाउट टू गिव यू अ लिस्ट। गुरु अर्जन साहब इज सेइंग इन वेद, दिस इज अ गारंटी। इस तरीके नाल मिलाप नहीं हो सकता। मैं किए कर्म लेका, आई एम नॉट डिनाइंग तू कम नहीं करदा पिया, तू कम करदा पिया है, पर तेरे काम बेतरतीबा ने, इस करके तेरा रब्बे मिलाप नहीं हो सकता। पर हुण फिर जदों नहीं हो पा रहा, इस तरीके नाल मिलाप नहीं हो रहा, फिर बेनती की कीती, हार परियो स्वामी के द्वारे दीजे बुद्ध विवेका। मैनू विवेक बुद्ध चाहिए है जिस नाल परख हो सके कि व्हाट इज राइट, व्हाट इज रॉन्ग फॉर मी। हुण जरा केवल 2 मिनटां विच देखिए, यह शब्द तुसी आप बाद विच डिटेल विच पढ़ना, जिहड़ी क्लासां ते लंबे समय तो आंदे रहने, असीं यह पूरा शब्द डिस्कस कर चुके। मैं केवल शॉर्ट विच शब्द रखा। देखो गुरु साहब लिस्ट बयान करते पे ने कि देख इन विद मिलन ना चाहिए, केड़े केड़े काम कीते परमात्मा नाल मिलाप नहीं हो सकता। पाठ पढ़ियो और वेद विचारियो, निवल पुयंगम साधे, पंच जनास्यो संग ना छुटकियो, अधिक अहम बुंद बाधे। हुण की करदा पे तू पाठ पढ़ पे कि असीं पाठ ना करिए, पाठ ते करना, पर गुरु साहब कहंदा पे पर जे पढ़िए नहीं भेद बुझिए पावना। तू बस पढ़दा रहा, पर रोज पढ़िया किम सचियारा हुई है, किम कूड़े टुट्टे पाल, ना तेरे जीवन दे विच सचियार बन पाया, ना तेनू पता अखीर विच जत पहारा तीरथ सुनियार की है, ना तेनू पता कि वो टकसाल केड़ी है, ना तेनू पता पवन गुरु पानी पिता केड़ा है। बस तू पढ़दा रहा, तू जीवन विच सचियार किवें बनेगा। घड़िए शब्द सच्ची टकसाल दे विच तेरी घाड़त किवें घड़ी जाएगी जदों वो चीज नहीं समझी। तू पढ़दा पे, पर गुरु साहब कहंदे पे ने पढ़िए नहीं भेद बुझिए पावना। तो पढ़दा गया, पर उस पढ़ाई नूं ज्ञान मिल सकता है, सोजी मनुख दे अंदरों जन्म लैंदी है। वो सोजी लैके आ ताकि तेरे जीवन दे विच कुछ प्राप्ति हो सके। सिर्फ पढ़दा रहा ते गुरु साहब कहंदे पए ने पंज जना से संग ना छुटके, बेकारा तो किवें बचेगा, बल्कि होएगा कि सगों अधिक अहम बुद्ध बादे तेरा अहंकार वधी जाएगा। ओ मैं ते 3 बजे उठिया, मैं ते 21 सुखमनी साहब पढ़ ले, मैं ते की कीता, फिर तो दुनिया नूं नीचा दिखांदा रहेगा। ओ मैं देखो सवेरे सवेरे उठदा, तुसीं सुत्ते रहिंदे हो, मेरा नितनेम इतना, तुहाडा नितनेम इतना, मैं इतनी समाधि लाना, तुसीं ते सब फोकट कर्म कांड करते रहंदे हो। दूजा उदाहरण वाला, मौन पयो करपाती रहियो, नगन फिरियो बनमाई, तट तीरथ सब धरती भ्रमियो, दुविधा छुटके नहीं, तीर्थां ते भ्रमण करदा रहा, मौन व्रत धारण करके बैठे रहा, समाधियां लाके बैठे रहा, पर गुरु साहब कहंदे पे ने इन विद मिलन ना चाहिए। तीजे बंद वाल आ जाओ, मन कामना तीर्थ जाए बसियो। ਉਹ मैं ਕਿਹੜੀ ਕਿਹੜੀ तीर्थां ते गल करा, जिधर तेरा मन करे, जिधर तेरी मन की कामना करे, गो, आई विल नॉट स्टॉप यू। मन कामना तीर्थ जाए बसियो, सिर करवत धराए, पर होया कि तू तीर्थां ते जा रहे हैं, पर होया कि मन की मैल ना उतरे। ए बिल
जो प्रॉब्लम सी तेरे मन दी, इस तरीके दे नाल मन की मैल ना उतरे। ए बिद जे लख जतन करे, तू यतन करी जा, तेरे मन की मैल ते उतरदी ही नहीं है। फिर की होएगा? कनिक कामनी हैवर गैवर बहुबिद दान दा तारा, तू दान करी जा। पर जदों अकली साहिब सेविए, अकली पाइए मान, अकली पढ़ के बुझिए, अकली की चैतान, अपने तू इंद्रे ज्ञान इंद्र नूं भी अकल दा दान नहीं दे पाया, तू बारली तौर ते करी जा। ते गुरु साहब कहंदे पए ने अन्न वस्त्र भूम को अर्पे ना मिलियो हर द्वारा। हुण ए भी तू काम करी जा, पर ओ भेट तू गुरु गुरु गुर करमन मोर, गुरु तू नहीं समझिया कि मैं केड़ा दान किनू दान करना है। प्यारे इनबिद मिलन ना जाए। फिर अगे स्पष्ट करते हैं, पूजा अर्चा बंधन दंडोत खड कर्मा रत रहता, हों करत बंधन में परया ना मिलिए ए जुगता। तू बारली तौर ते पूजा करदा रहा, पर असल पूजा पूजा कीचे नाम ते आई है, फिर नावे पूजना होए वाली नहीं कीती। तू बारली तौर ते शरीरक तौर ते सीधा डंडे वांग लेट गया, पर तेरे जीवन दे विच जलेबी वाल छल कपट सी, तू डंडे वांग सीधा नहीं हो सकिया। होया कि हों करत बंधन में परया, तू बंधन विच रहेगा। गुरु साहब कहंदे पे ने ना मिलिए जुगता इनबिद मिलन न जाए। अगे होर स्पष्ट कर देने, जोग सिद्ध आसन 84 ए भी कर रहा, समाधि लाई पर वड्डी आरजा, फिर जन्मे हरस्यों संग ना गया, मिलाप फिर ना हो सकिया, क्योंकि प्यारे इनबिद मिलन न जाए। फिर स्पष्ट करते पे ने, राज लीला राजन की रचना करया हुक्म अफारा, सेज सोहनी चंदन चोआ नरक घोर का द्वारा। हुण गुरु साहब कहंदे पे ने भुखिया भुख ना उतरी। हुण ओ समझांदे पे ने, तू जो मर्जी करी जा, ए चीज कीतियां भी प्यारे इनबिद मिलन ना जाए। हुण फैसला सुनांदे ने, क्योंकि राहो दी दूजी पंक्ति सी ना, हार परियो स्वामी के द्वारे दीजे बुद्ध विवेका। हुण देखो, हर कीरत असल दे विच रब जी दी कीर्ति साध संगत है, सिर करमन के कर्मा कहो नानक तिस भयो प्राप्त। जिस पूरब लिखे का लेना, पूरब लिखा सी समझिया सी इसी जीवन दे विच अज तो पहले कीते हुए काम, जदों मैं ओ समझ लिया कि मैं अज जो इनबिद मिलन ना जाए हो रहा है, ए मेरे कीते कर्मा करके है। फिर होएगा कि हुण दूजे राह दे विच आंसर मिलदा पिया है कि वो विवेक बुद्ध नाल की होने, तेरो सेवक। सेवक कौन है? ठाकुर का सेवक सदा पुजारी, ठाकुर का सेवक आज्ञाकारी, ठाकुर के सेवक के मन प्रतीत, ठाकुर के सेवक की निर्मल रीत, जिन्हें अपनी रीत, अपना किरदार, अपना वॉक, अपना टॉक मैल तू रहत कर लिया। फिर होएगा कि तेरा ओ वाला सेवक इस रंग दे विच माता मस्त, समझिया सी ना, एक माता हुंदा है मां लई, एक माता हुंदा है मस्त लई, जिसके सिर ऊपर तू स्वामी सो दुख कैसा पावे, बोल ना जाने माया मद माता मस्त होया। इधर भी है उस रंग दे विच मस्त है। फिर होएगा कि पयो कृपाल दीन दुख पंजन, हर हर कीर्तन रब जी दी कीर्ति भाव, जदू मेरा तन रब जी दियां वडियाइयां करेगा, ए मन राता, ए मैनू विवेक बुद्ध मिल पाएगी कि शरीरक तौर ते बाकी सारे काम कीतियां इन बिद मिलन ना जाई। ए सारे अवर निराफल कामां ने, जपो ता एको नामा की है, पयो कृपाल दीन दुख पंजन हर हर कीर्तन। और रब जी दी कीर्ति भाव, जो रब जी दे गुण मैं पढ़दा पिया हां, निरभौ निर्वैर करता पुरख, जदों अपने जीवन दे विच मैं उस सुभाव बनाने दा शुरू करदा, इसनों कहंदे ने ए मन राता, मेरा मन उहदे विच मस्त हो गया है। गुरु साहब अज दे शब्द विच सानू ए समझांदे पए ने, हे मेरा मना, तू उस एक नाम दे आसरे अपनी जिंदगी बना। एको नाम हुक्म है नानक, सदगुर दिया बुझाए जियो। ओ उस हुक्म के अनुसार अपना जिंदगी बना ले। प्रभलीन कौर ने बहुत ही कमाल दा गाया, बड़े ही प्यारे अंदाज विच, बहुत ही सोहने ढंग विच सानू समझाया। मुबारक दा पात्र है। सुप्रीत सिंह ने जो स्लाइड्स बनाईया, स्लाइड्स दे नाल इतने चंगे ढंग विच एक एक वर्ड शब्द दा समझाया। मुबारक दे पात्र ने, असी सारिया ने यह चीज समझनी है कि शब्द असी गांदे पे हां, शब्द दी विचार करते पे हां, दूजियां नूं सुनाने लई नहीं करते पे। वो शब्द गांदा पे हां, मैं अपने आप नूं सुना रहा। शब्द दी विचार जदों मैं करदा पे हां, अपने आप नूं सुना रहा। जदों उस नजरिए, उस मैंटेलिटी, उस सोच नाल बानी पढ़ांगे, साडे जीवन दे विच गुरु साहब जिथे सानू लैके जाना चाहते पे ने, उस मंजिल गोबिंद मिलन की ए तेरी बरिया तक पहुंच सकांगे। पर दोनों प्रभलीन कौर ते सुप्रीत सिंह अज इन्होंने जिस वे नाल गाया, जिस वे नाल विचार की, जेन्युइनली कदी कदी कुछ चीज़ां असीं देखदे हां ते मनुख दे मन विच आंदा है कुछ चीज़ां दा की लाभ की फायदा, पर जदों ये चीज़ां देखदे हां लगदा नहीं कुछ ना कुछ आउटपुट जरूर निकलेगी। दोनों फिर दोबारा मुबारक दे पात्र ने, किसी नूं कुछ डाउट हो तो हले पुछ सकदा, इंते असीं अपने अगले विषय वल चलदे हां जी।